ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਗਲੀ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਸੀ। ਕੁਲਦੀਪ ਸਿੰਘ ਸਹੋਤਾ ਆਪਣੇ ਪਿਤਾ ਰਾਮ ਲੁਭਾਇਆ ਨੂੰ ਕੁੱਟਦਾ ਹੋਇਆ ਘਰੋਂ ਘੜੀਸ ਕੇ ਗੇਟੋਂ ਬਾਹਰ ਕੱਢ ਰਿਹਾ ਸੀ। ਕੁਲਦੀਪ ਸਿੰਘ ਨੇ ਆਪਣੇ ਪਿਤਾ ਨੂੰ ਬੁਰੀ ਤਰ੍ਹਾਂ ਕੁੱਟਿਆ ਹੋਇਆ ਸੀ ਤੇ ਗਲੀ ਦੇ ਵਿੱਚ ਆਂਢ ਗੁਆਂਢ ਇਹ ਸਭ ਦੇਖ ਰਿਹਾ ਸੀ, ਪਰ ਉਹਨਾਂ ਦੀ ਲੜਾਈ ਦੇ ਵਿੱਚ ਕੋਈ ਨਹੀਂ ਆਇਆ ਤੇ ਨਾ ਹੀ ਕੋਈ ਕੁਝ ਬੋਲਿਆ। ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਕੁਲਦੀਪ ਸਿੰਘ ਸਹੋਤਾ ਦੀ ਪਤਨੀ ਅਤੇ ਰਾਮ ਲੁਭਾਇਆ ਦੀ ਨੂੰਹ ਮਿੰਨਤਾਂ ਕਰ ਰਹੀ ਸੀ ਕਿ ਡੈਡੀ ਜੀ ਨੂੰ ਨਾ ਘਰੋਂ ਬਾਹਰ ਕੱਢੋ, ਇਹਨਾਂ ਨੂੰ ਨਾ ਮਾਰੋ, ਇਹ ਕਿਹੜਾ ਸਾਨੂੰ ਕੁਝ ਕਹਿੰਦੇ ਨੇ। ਪਰ ਕੁਲਦੀਪ ਸਿੰਘ ਨੇ ਆਪਣੇ ਘਰਵਾਲੀ ਦੀ ਇੱਕ ਨਾ ਸੁਣੀ ਤੇ ਘਰ ਦੇ ਬਾਹਰ ਬਣੀ ਕੁੱਲੀ ਦੇ ਵਿੱਚ ਆਪਣੇ ਪਿਤਾ ਨੂੰ ਲਿਆ ਕੇ ਸੁੱਟ ਦਿੱਤਾ। ਰਾਮ ਲੁਭਾਇਆ ਵੀ ਉੱਠਿਆ ਤੇ ਕੁੱਲੀ ਦੇ ਵਿੱਚ ਜਾ ਕੇ ਚਾਦਰ ਵਿਛਾ ਕੇ ਲੰਮਾ ਪੈ ਗਿਆ। ਤੁਹਾਡੇ ਦਿਲਾਂ ਦੇ ਵਿੱਚ ਇਹ ਗੱਲ ਹੌਲ ਪਾ ਦੇਵੇਗੀ ਕਿ ਅਜਿਹਾ ਹਰ ਐਤਵਾਰ ਸ਼ਾਮ ਨੂੰ ਹੁੰਦਾ ਸੀ ਤੇ ਵੀਰਵਾਰ ਵਾਲੇ ਦਿਨ ਕੁਲਦੀਪ ਸਿੰਘ ਆਪਣੇ ਪਿਤਾ ਨੂੰ ਕੁੱਲੀ ਚੋਂ ਕੱਢ ਕੇ ਆਪਣੇ ਘਰ ਲੈ ਆਉਂਦਾ ਸੀ। ਉਸ ਤੋਂ ਬਾਅਦ ਉਹ ਮਾਫੀ ਮੰਗਦਾ ਤੇ ਆਪਣੇ ਪਿਤਾ ਦੀ ਚੰਗੀ ਸੇਵਾ ਵੀ ਕਰਦਾ ਤੇ ਫਿਰ ਐਤਵਾਰ ਸ਼ਾਮ ਨੂੰ ਉਹੀ ਕੁਝ ਹੁੰਦਾ ਸੀ। ਅਜਿਹਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਪਿੰਡ ਵਾਲਿਆਂ ਕੁਲਦੀਪ ਸਿੰਘ ਦੀ ਪਤਨੀ ਦੇ ਕੋਲੋਂ ਪੁੱਛਿਆ ਕਿ ਕੁਲਦੀਪ ਅਜਿਹਾ ਕਿਉਂ ਕਰਦਾ ਹੈ ਤੇ ਉਸ ਦੀ ਪਤਨੀ ਵੀ ਕਹਿੰਦੀ ਕਿ ਜਦੋਂ ਦੀ ਵਿਆਹੀ ਆਈ ਹਾਂ ਇਹੀ ਕੁਝ ਦੇਖਦੀ ਆ ਰਹੀ ਹਾਂ। ਕਾਰਨ ਅੱਜ ਤੱਕ ਮੈਨੂੰ ਨਹੀਂ ਪਤਾ ਲੱਗਿਆ ਤੇ ਨਾ ਹੀ ਕੁਲਦੀਪ ਕਦੀ ਦੱਸਦਾ ਹੈ। ਉਹ ਕੁੱਲੀ ਵੀ ਘਰੋਂ ਬਾਹਰ ਸਪੈਸ਼ਲ ਕੁਲਦੀਪ ਨੇ ਆਪਣੇ ਪਿਤਾ ਦੇ ਲਈ ਹੀ ਬਣਾਈ ਸੀ, ਜਿਸ ਵਿੱਚ ਹਰ ਐਤਵਾਰ ਤੋਂ ਵੀਰਵਾਰ ਤੱਕ ਰਾਮ ਲੁਭਾਇਆ ਰਹਿੰਦਾ ਸੀ। ਇੱਥੋਂ ਤੱਕ ਕੁਲਦੀਪ ਸਿੰਘ ਉਸ ਨੂੰ ਰੋਟੀ ਵੀ ਨਹੀਂ ਦਿੰਦਾ ਸੀ ਤੇ ਰਾਮ ਲੁਭਾਇਆ ਪਿੰਡ ਦੇ ਵਿੱਚੋਂ ਮੰਗ ਕੇ ਰੋਟੀ ਖਾਂਦਾ ਸੀ। ਕੀ ਸੀ ਇਹ ਐਤਵਾਰ ਸ਼ਾਮ ਤੋਂ ਵੀਰਵਾਰ ਤੱਕ ਦਾ ਰਾਜ ਜਿਸ ਨੇ ਪੂਰੇ ਭਾਰਤ ਤੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ। ਕੁਲਦੀਪ ਸਿੰਘ ਦਾ ਇਹ ਤਸ਼ੱਦਦ ਪਿਛਲੇ 13 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਤੇ ਇੱਕ ਦਿਨ ਰਾਮ ਲੁਭਾਇਆ ਐਤਵਾਰ ਦੀ ਸ਼ਾਮ ਹੀ ਉਸੇ ਕੁੱਲੀ ਦੇ ਵਿੱਚ ਆਪਣੇ ਸਵਾਸ ਛੱਡ ਗਿਆ, ਜਿਸ ਤੋਂ ਬਾਅਦ ਪੂਰੇ ਰੀਤੀ ਰਿਵਾਜ ਦੇ ਨਾਲ ਉਸ ਦਾ ਸੰਸਕਾਰ ਕੀਤਾ ਗਿਆ ਤੇ ਸਭ ਤੋਂ ਬਾਅਦ ਕੁਲਦੀਪ ਸਿੰਘ ਨੂੰ ਹੀ ਦੁੱਖ ਹੋਇਆ। ਲੋਕਾਂ ਨੇ ਬਹੁਤ ਤਾਨੇ ਮਾਰੇ ਕਿ ਸਾਰੀ ਉਮਰ ਉਹ ਆਪਣੇ ਪਿਤਾ ਨੂੰ ਕੁੱਟਦਾ ਰਿਹਾ ਤੇ ਅੱਜ ਮਰੇ ਤੇ ਰੋ ਰੋ ਕੇ ਨਾਟਕ ਕਰ ਰਿਹਾ ਹੈ, ਪਰ ਸੱਚਾਈ ਕੁਝ ਹੋਰ ਹੀ ਸੀ ਜੋ ਕਿਸੇ ਨੂੰ ਵੀ ਨਹੀਂ ਪਤਾ ਸੀ। ਕੁਲਦੀਪ ਸਿੰਘ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇੰਨਾ ਦੁਖੀ ਸੀ ਕਿ 6 ਮਹੀਨਿਆਂ ਤੱਕ ਉਹ ਕਿਸੇ ਦੇ ਨਾਲ ਬੋਲਿਆ ਤੱਕ ਨਹੀਂ। ਇਹ ਉਹੀ ਪਿਤਾ ਦਾ ਦੁੱਖ ਸੀ ਜਿਸ ਨੂੰ ਉਹ ਮਾਰਿਆ ਕਰਦਾ ਸੀ। 6 ਮਹੀਨੇ ਬਾਅਦ ਜਦੋਂ ਕੁਲਦੀਪ ਸਿੰਘ ਬਿਮਾਰ ਹੋਇਆ ਤਾਂ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੈ। ਡਾਕਟਰ ਨੇ ਕਿਹਾ ਕਿ ਆਖਰੀ ਸਟੇਜ ਹੋਣ ਕਰਕੇ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ। ਸੋ ਸਮਾਂ ਘੱਟ ਹੋਣ ਕਰਕੇ ਉਸਨੇ ਆਪਣੇ ਪਰਿਵਾਰਿਕ ਕੰਮਾਂ ਨੂੰ ਜਲਦੀ ਹੀ ਨਿਬੇੜ ਲਿਆ। ਉਸ ਦਾ ਇੱਕ ਲੜਕਾ ਜਪਨੀਤ ਸਿੰਘ ਜੋ ਕਿ 12ਵੀਂ ਦੇ ਵਿੱਚ ਪੜ੍ਹਦਾ ਸੀ, ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਉਸਨੇ ਆਪਣੇ ਲੜਕੇ ਨੂੰ ਬੁਲਾ ਕੇ ਕਿਹਾ ਕਿ ਤੂੰ ਹੀ ਹੁਣ ਆਪਣੇ ਪਰਿਵਾਰ ਨੂੰ ਸਾਂਭਣਾ ਹੈ, ਤੇਰੇ ਕੈਨੇਡਾ ਜਾਣ ਦਾ ਪੂਰਾ ਇੰਤਜ਼ਾਮ ਹੋ ਚੁੱਕਿਆ ਹੈ ਤੇ 12ਵੀਂ ਕਰਕੇ ਤੂੰ ਕੈਨੇਡਾ ਚਲਾ ਜਾਈਂ। ਜਿਸ ਤੋਂ ਬਾਅਦ ਕੁਲਦੀਪ ਸਿੰਘ ਹਸਪੀਟਲ ਦੇ ਵਿੱਚ ਦਾਖਲ ਹੋ ਗਿਆ। ਇਲਾਜ ਤਾਂ ਚੱਲਿਆ ਪਰ ਕੁਲਦੀਪ ਸਿੰਘ ਸਹੀ ਨਹੀਂ ਹੋਇਆ। ਹੌਲੀ ਹੌਲੀ ਸਿਹਤ ਬਿਲਕੁਲ ਡਿੱਗ ਗਈ। ਜਦੋਂ ਕੁਲਦੀਪ ਸਿੰਘ ਨੂੰ ਲੱਗਿਆ ਕਿ ਉਸ ਦਾ ਆਖਰੀ ਸਮਾਂ ਆ ਚੁੱਕਿਆ ਹੈ ਤਾਂ ਉਸਨੇ ਆਪਣੇ ਲੜਕੇ ਜਪਨੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੈਂ ਤੈਨੂੰ ਇੱਕ ਅਜਿਹੀ ਗੱਲ ਦੱਸਦਾ ਹਾਂ ਜੋ ਤੇਰੇ ਮਨ ਦੇ ਸਾਰੇ ਵਹਿਮ ਖਤਮ ਕਰ ਦੇਵੇਗੀ। ਸਾਰੀ ਉਮਰ ਮੈਂ ਆਪਣੇ ਪਿਤਾ ਨੂੰ ਕੁੱਟਦਾ ਰਿਹਾ, ਕਿਤੇ ਤੇਰੇ ਅੰਦਰ ਵੀ ਉਹੀ ਗੁਣ ਨਾ ਆ ਜਾਣ, ਜਿਸ ਕਰਕੇ ਮੈਂ ਤੈਨੂੰ ਉਹ ਐਤਵਾਰ ਤੇ ਵੀਰਵਾਰ ਦਾ ਰਾਜ ਦੱਸ ਰਿਹਾ ਹਾਂ ਜੋ ਕਿਸੇ ਨੂੰ ਵੀ ਨਹੀਂ ਪਤਾ। ਕੁਲਦੀਪ ਸਿੰਘ ਨੇ ਸਾਰਾ ਰਾਜ, ਸਾਰੀ ਗੱਲ ਆਪਣੇ ਲੜਕੇ ਨੂੰ ਦੱਸੀ ਤੇ ਉਸੇ ਰਾਤ ਹੀ ਕੁਲਦੀਪ ਸਿੰਘ ਇਸ ਦੁਨੀਆ ਤੋਂ ਚਲਿਆ ਗਿਆ। ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਕੁਲਦੀਪ ਸਿੰਘ ਜਿਸ ਦਿਨ ਮਰਿਆ ਉਹ ਵੀ ਐਤਵਾਰ ਦੀ ਸ਼ਾਮ ਹੀ ਸੀ ਤੇ ਰਾਮ ਲੁਭਾਇਆ ਜਿਸ ਦਿਨ ਮਰਿਆ ਉਹ ਵੀ ਐਤਵਾਰ ਦੀ ਹੀ ਸ਼ਾਮ ਸੀ। ਇਸ ਤੋਂ ਬਾਅਦ ਜਪਨੀਤ ਸਿੰਘ ਨੇ ਆਪਣੀ 12ਵੀਂ ਦੀ ਪੜ੍ਹਾਈ ਖਤਮ ਕੀਤੀ ਤੇ ਕੈਨੇਡਾ ਚਲਿਆ ਗਿਆ। ਉੱਥੇ ਜਾ ਕੇ ਵਧੀਆ ਤਰ੍ਹਾਂ ਪੜ੍ਹਿਆ ਤੇ ਕਮਾਈ ਵੀ ਕੀਤੀ ਤੇ ਆਪਣੀ ਯੂਨੀਵਰਸਿਟੀ ਵੀ ਕੰਪਲੀਟ ਕੀਤੀ। ਜਪਨੀਤ ਨੇ ਆਪਣੀ ਮਾਂ ਨੂੰ ਵੀ ਕੈਨੇਡਾ ਬੁਲਾ ਲਿਆ ਜਿਸ ਦਿਨ ਉਸ ਨੂੰ ਡਿਗਰੀ ਮਿਲਣੀ ਸੀ। ਜਦੋਂ ਜਪਨੀਤ ਨੂੰ ਸਪੀਚ ਦੇਣ ਦਾ ਮੌਕਾ ਮਿਲਿਆ ਤਾਂ ਉਸਨੇ ਉਹ ਰਾਜ ਉੱਥੇ ਕੈਨੇਡਾ ਦੀ ਸਟੇਜ ਦੇ ਉੱਤੇ ਖੋਲ੍ਹ ਦਿੱਤਾ। ਇਹ ਇੱਕ ਅਜਿਹਾ ਰਾਜ ਸੀ ਜੋ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ ਉਹ ਉਹਨਾਂ ਨੂੰ ਝੰਜੋੜ ਕੇ ਰੱਖ ਦੇਵੇਗਾ। ਜਪਨੀਤ ਦੀ ਉਹ ਸਪੀਚ ਆਰਟੀਕਲ ਦੇ ਰੂਪ ਦੇ ਵਿੱਚ ਭਾਰਤ ਤੇ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਛਪੀ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜਪਨੀਤ ਨੇ ਆਪਣੀ ਸਪੀਚ ਦਾ ਆਰੰਭ ਕੀਤਾ, ਗ੍ਰੇਟ ਫਾਦਰ ਨਾਟ ਈਵਿਲ। ਜਪਨੀਤ ਨੇ ਦੱਸਿਆ ਕਿ ਮਰਦੇ ਵਕਤ ਮੇਰੇ ਪਿਤਾ ਕੁਲਦੀਪ ਨੇ ਦੱਸਿਆ ਸੀ ਕਿ ਮੈਂ ਆਪਣੇ ਪਿਤਾ ਨੂੰ ਐਤਵਾਰ ਸ਼ਾਮ ਨੂੰ ਕੁੱਟਦਾ ਹਾਂ ਤੇ ਵੀਰਵਾਰ ਤੱਕ ਉਸ ਨੂੰ ਪਾਣੀ ਤੱਕ ਨਹੀਂ ਪੁੱਛਦਾ। ਵੀਰਵਾਰ ਨੂੰ ਉਸ ਨੂੰ ਵਾਪਿਸ ਘਰ ਲਿਆ ਕੇ ਉਸ ਦੀ ਸੇਵਾ ਕਰਦਾ ਹਾਂ, ਉਸ ਦੀਆਂ ਲੱਤਾਂ ਘੁੱਟਦਾ ਹਾਂ ਤੇ ਮਾਫੀਆਂ ਵੀ ਮੰਗਦਾ ਹਾਂ। ਅਸਲ ਵਿੱਚ ਕੁਲਦੀਪ ਸਿੰਘ ਸਹੋਤਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਨਸੀਬ ਚੰਦ ਦੇ ਨਾਲ ਮੇਰਾ ਕਾਫੀ ਲਗਾਵ ਸੀ, ਪਰ ਮੇਰੇ ਪਿਤਾ ਰਾਮ ਲੁਭਾਇਆ ਇੱਕ ਸ਼ਰਾਬੀ ਸੀ ਜੋ ਮੇਰੇ ਦਾਦੇ ਨੂੰ ਹਰ ਰੋਜ਼ ਕੁੱਟਦਾ ਸੀ। ਮੇਰੇ ਦਾਦੇ ਨੂੰ ਕੁੱਟ-ਕੁੱਟ ਕੇ ਮੇਰੇ ਪਿਤਾ ਨੇ ਸਾਰੀ ਜ਼ਮੀਨ ਆਪਣੇ ਨਾਂ ਲਵਾ ਲਈ। ਸੋ BA ਕਰਨ ਤੋਂ ਬਾਅਦ ਮੇਰੇ ਪਿਤਾ ਰਾਮ ਲੁਭਾਇਆ ਨੇ ਮੈਨੂੰ ਕੰਮ ਕਰਨ ਵਾਸਤੇ ਦੁਬਈ ਭੇਜ ਦਿੱਤਾ। ਮੇਰੇ ਪਿਤਾ ਰਾਮ ਲੁਭਾਇਆ ਮੇਰੇ ਦਾਦੇ ਨੂੰ ਰੋਟੀ ਤੱਕ ਨਹੀਂ ਦਿੰਦੇ ਸੀ ਤੇ ਚੋਰੀ-ਚੋਰੀ ਮੈਂ ਆਪਣੇ ਦਾਦੇ ਨੂੰ ਰੋਟੀ ਦਿਆ ਕਰਦਾ ਸੀ। ਹੁਣ ਜਦੋਂ ਮੈਂ ਦੁਬਈ ਜਾ ਰਿਹਾ ਸੀ ਤਾਂ ਮੇਰੇ ਦਾਦੇ ਦੀ ਅੱਖਾਂ ਦੇ ਵਿੱਚ ਪਾਣੀ ਸੀ, ਕਿਉਂਕਿ ਹੁਣ ਉਸ ਨੂੰ ਕਿਸੇ ਨੇ ਰੋਟੀ ਤੱਕ ਨਹੀਂ ਪੁੱਛਣੀ ਸੀ। ਮੈਂ ਦੁਬਈ ਚਲਿਆ ਗਿਆ ਤੇ ਕੁਝ ਸਾਲਾਂ ਬਾਅਦ ਮੈਂ ਵਾਪਸ ਵੀ ਆ ਗਿਆ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਮੇਰਾ ਦਾਦਾ ਨਸੀਬ ਚੰਦ ਮੇਰੇ ਦੁਬਈ ਜਾਣ ਤੋਂ 6 ਮਹੀਨੇ ਬਾਅਦ ਹੀ ਮਰ ਚੁੱਕਿਆ ਸੀ। ਮੇਰੇ ਪਿਤਾ ਰਾਮ ਲੁਭਾਇਆ ਨੇ ਉਸ ਨੂੰ ਘਰੋਂ ਕੱਢ ਦਿੱਤਾ
ਤੇ ਮੇਰਾ ਦਾਦਾ ਦੂਸਰੇ ਪਿੰਡ ਵਿੱਚ ਜਾ ਕੇ ਇੱਕ ਕੁੱਲੀ ਬਣਾ ਕੇ ਰਹਿੰਦਾ ਸੀ। ਦੂਸਰੇ ਪਿੰਡ ਜਾ ਕੇ ਮੰਗਦਾ ਤੇ ਰੋਟੀ ਖਾਂਦਾ ਸੀ। 7 ਮਹੀਨੇ ਉਸਨੇ ਉਸੇ ਕੁੱਲੀ ਦੇ ਵਿੱਚ ਕੱਢੇ ਤੇ ਐਤਵਾਰ ਦੀ ਹੀ ਸ਼ਾਮ ਉਹ ਉਸੇ ਕੁੱਲੀ ਦੇ ਵਿੱਚ ਮਰਿਆ ਹੋਇਆ ਮਿਲਿਆ। ਦੂਸਰੇ ਪਿੰਡ ਦੇ ਲੋਕਾਂ ਨੇ ਉਸ ਦਾ ਸੰਸਕਾਰ ਕੀਤਾ ਤੇ ਮੇਰੇ ਪਿਤਾ ਨੇ ਮੈਨੂੰ ਦੱਸਿਆ ਤੱਕ ਨਹੀਂ। ਹੁਣ ਮੈਂ ਦੁਬਈ ਤੋਂ ਆ ਚੁੱਕਿਆ ਸੀ। ਉਸ ਕੁੱਲੀ ਦੀ ਇੱਕ ਲੱਕੜ ਮੈਂ ਆਪਣੇ ਘਰ ਲੈ ਆਇਆ, ਜਿਸ ਦੇ ਵਿੱਚ ਮੇਰਾ ਦਾਦਾ ਨਸੀਬ ਚੰਦ ਰਹਿੰਦਾ ਰਿਹਾ ਤੇ ਆਖਰੀ ਸਾਹ ਵੀ ਲਿਆ। ਸੋ ਹੁਣ ਮੈਂ ਕੀ ਕਰਦਾ? ਮਰਨ ਤੋਂ ਬਾਅਦ ਨਰਕ ਸਵਰਗ ਹੁੰਦੇ ਨੇ, ਇਹ ਤਾਂ ਮੈਨੂੰ ਨਹੀਂ ਪਤਾ ਸੀ, ਪਰ ਮੈਂ ਜਿਉਂਦੇ ਜੀ ਆਪਣੇ ਪਿਤਾ ਰਾਮ ਲੁਭਾਇਆ ਨੂੰ ਇਹ ਸਭ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਜੋ ਮੇਰੇ ਦਾਦੇ ਨਸੀਬ ਚੰਦ ਨੇ ਭੋਗਿਆ ਸੀ। ਸੋ ਮੈਂ ਉਸੇ ਲੱਕੜੀਆਂ ਦੀ ਇੱਕ ਕੁੱਲੀ ਬਣਾਈ ਤੇ ਹਰ ਐਤਵਾਰ ਸ਼ਾਮ ਨੂੰ, ਜਿਸ ਦਿਨ ਮੇਰਾ ਦਾਦਾ ਮਰਿਆ ਸੀ, ਉਹ ਸ਼ਾਮ ਨੂੰ ਮੈਂ ਆਪਣੇ ਪਿਤਾ ਨੂੰ ਕੁੱਟਦਾ ਤੇ ਘਰੋਂ ਕੱਢ ਦਿੰਦਾ ਤੇ ਮੁੜ ਉਸ ਨੂੰ ਰੋਟੀ ਤੱਕ ਨਹੀਂ ਪੁੱਛਦਾ। ਜਿਸ ਤੋਂ ਬਾਅਦ ਉਹ ਪਿੰਡ ਦੇ ਵਿੱਚੋਂ ਮੰਗ ਕੇ ਰੋਟੀ ਖਾਂਦਾ ਸੀ, ਪਰ ਮੇਰੇ ਅੰਦਰ ਆਪਣੇ ਪਿਤਾ ਦੇ ਲਈ ਪਿਆਰ ਵੀ ਸੀ। ਸੋ ਇਸ ਕਰਕੇ ਉਸ ਨੂੰ ਮੈਂ ਵੀਰਵਾਰ ਆਪਣੇ ਘਰ ਲੈ ਆਉਂਦਾ ਤੇ ਉਸ ਦੀ ਸੇਵਾ ਕਰਦਾ। ਇੰਜ 13 ਸਾਲ ਚੱਲਦਾ ਰਿਹਾ ਤੇ ਮੇਰੇ ਪਿਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਚੁੱਕਿਆ ਸੀ। ਇਸ ਦੇ ਨਾਲ ਮੈਨੂੰ ਇਹ ਤਸੱਲੀ ਹੋ ਗਈ ਕਿ ਸ਼ਾਇਦ ਅੱਗੇ ਚੱਲ ਕੇ ਮੇਰੇ ਪਿਤਾ ਨੂੰ ਆਪਣੇ ਕਰਮਾਂ ਕਰਕੇ ਨਰਕ ਨਹੀਂ ਦੇਖਣਾ ਪਵੇਗਾ, ਕਿਉਂਕਿ ਜੋ ਵੀ ਉਸਨੇ ਗਲਤੀ ਕੀਤੀ ਸੀ ਉਸ ਨੂੰ ਇਸੇ ਜਨਮ ਦੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ। ਸੋ ਇਹੀ ਰਾਜ ਸੀ ਐਤਵਾਰ ਤੋਂ ਵੀਰਵਾਰ ਦਾ, ਜੋ 13 ਸਾਲਾਂ ਤੱਕ ਚੱਲਦਾ ਰਿਹਾ, ਜੋ ਕਿ ਮੇਰੇ ਪਿਤਾ ਕੁਲਦੀਪ ਸਿੰਘ ਦੀ ਮੌਤ ਦੇ ਨਾਲ ਖਤਮ ਹੋ ਗਿਆ। ਜਪਨੀਤ ਨੇ ਕਿਹਾ ਕਿ ਮੇਰੇ ਪਿਤਾ ਚਾਹੁੰਦੇ ਸੀ ਕਿ ਅਜਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਰਾਂ ਤੇ ਆਪਣੇ ਬੱਚਿਆਂ ਨੂੰ ਵੀ ਇਹ ਕੁਝ ਸਿਖਾਵਾਂ ਕਿ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ਤੇ ਉਹਨਾਂ ਦੀ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਅਰਪਣ ਕਰ ਦਿਓ। ਪਰ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਹੈ ਉਹ ਕਿਸੇ ਦੇ ਕੋਲੋਂ ਲੁਕਿਆ ਨਹੀਂ। ਅੱਜ ਮਾਂ-ਬਾਪ ਨੂੰ ਘਰ ਦੇ ਵਿੱਚ ਜਾਂ ਤਾਂ ਮਾਰ ਪੈ ਰਹੀ ਹੈ ਜਾਂ ਫਿਰ ਮਾਪੇ ਘਰੋਂ ਬਾਹਰ ਨੇ। ਇੱਕ ਵਕਤ ਦੀ ਰੋਟੀ ਦੇਣਾ ਵੀ ਭਾਰੀ ਪੈ ਰਿਹਾ ਹੈ ਅੱਜ ਕੱਲ੍ਹ ਦੀ ਸੰਤਾਨ ਨੂੰ। ਅਕਸਰ ਜੋ ਸਾਡੇ ਬੱਚੇ ਦੇਖਦੇ ਨੇ ਉਹੀ ਕੁਝ ਜ਼ਿੰਦਗੀ ਦੇ ਵਿੱਚ ਕਰਦੇ ਨੇ। ਯਾਦ ਰੱਖੋ, ਕਦੀ ਨਾ ਕਦੀ ਆਪਾਂ ਵੀ ਬੁੱਢੇ ਹੋਣਾ ਹੈ ਤੇ ਜੋ ਆਪਾਂ ਆਪਣੇ ਮਾਤਾ-ਪਿਤਾ ਨਾਲ ਕਰਦੇ ਹਾਂ ਉਹੀ ਇਸੇ ਦੁਨੀਆ ਦੇ ਵਿੱਚ ਸਾਡੇ ਜਿਉਂਦੇ ਜੀ ਸਾਡੇ ਨਾਲ ਵੀ ਹੋਣਾ ਹੈ, ਕਿਉਂਕਿ ਇਹ ਇੱਕ ਅਟੱਲ ਸੱਚਾਈ ਹੈ।